ਸਵੀਟ ਮਾਰਟਨ ਦਾ ਅਗਲਾ ਲੇਖ ਹੈ ਸ਼ਾਂਤੀ। ਅਸਲ 'ਚ ਸਾਡੇ ਵਿਚਾਰ ਜਿਨ੍ਹਾਂ ਨੂੰ ਅਸੀਂ ਸਮਝ ਨਹੀਂ ਸਕਦੇ ਸਾਨੂੰ ਗਿਰਾਵਟ ਵਾਲੇ ਪਾਸੇ ਲਈ ਜਾ ਰਹੇ ਹਨ। ਅਸੀਂ ਅਕਸਰ ਆਪਣੇ ਕੰਮਾਂ ਨੂੰ ਪਛਾਣਦੇ ਵੀ ਨਹੀਂ। ਜਦੋਂ ਅਸੀਂ ਸ਼ਾਂਤੀਪੂਰਵਕ ਵਿਚਾਰ ਕਰਾਂਗੇ ਤਾਂ ਆਪ ਨੂੰ ਸਮਝ ਆਏਗਾ ਕਿ ਆਪ ਦੀਆਂ ਕੀ ਕਮਜ਼ੋਰੀਆਂ ਹਨ। ਆਲਸ, ਕੁਮਾਰਗ, ਅਨੇਕ ਪ੍ਰਕਾਰ ਦੀਆਂ ਬੁਰੀਆਂ ਆਦਤਾਂ, ਕ੍ਰੋਧ ਜਾਂ ਚਿੜਚਿੜਾਪਣ ਹੀ ਜੀਵਨ ਪੱਥ ਦੀ ਰੁਕਾਵਟ ਹੁੰਦਾ ਹੈ। ਇਸ ਪ੍ਰਕਾਰ ਆਤਮ ਵਿਸ਼ਲੇਸ਼ਣ ਕਰ ਆਪ ਬਹੁਤ ਕੁਝ ਕਰ ਸਕਦੇ ਹੋ। ਲਿੰਕਨ ਨੇ ਲਿਖਿਆ ਕਿ ਸਫਲਤਾ ਤਾਂ ਹੀ ਪ੍ਰਾਪਤ ਹੋ ਸਕਦੀ ਹੈ ਜੇ ਆਪਣੇ ਮਾਨਸਿਕ ਵਿਕਾਰਾਂ ਨੂੰ ਸਮਾਪਤ ਕੀਤਾ ਜਾਏ। ਜਿਹੜਾ ਵਿਅਕਤੀ ਆਪਣੇ ਰੋਜ਼ਮर्रा ਸੰਪਰਕ 'ਚ ਆਉਣ ਵਾਲੇ ਲੋਕਾਂ ਵਿੱਚ ਆਪਣੇ ਅਗਾਊਂ ਬੇਨਤੀਆਂ ਅਤੇ ਧਾਰਨਾਵਾਂ ਨੂੰ ਪਰੇ ਰੱਖ ਦਿੰਦਾ ਹੈ, ਦੂਸਰਿਆਂ ਤੋਂ ਸਿੱਖਿਆ ਪ੍ਰਾਪਤ ਕਰਨ ਦਾ ਯਤਨ ਕਰਦਾ ਹੈ, ਜਿਹੜਾ ਦੂਸਰਿਆਂ ਨੂੰ ਜੀਵਨ ਵਿੱਚ ਸੁਤੰਤਰ ਰੂਪ 'ਚ ਮਾਰਗ ਚੁਣਨ ਦਾ ਮੌਕਾ ਦਿੰਦਾ ਹੈ, ਅਜਿਹਾ ਵਿਅਕਤੀ ਪਹਿਲਾਂ ਦੀ ਨਿਸਬਤ ਵਧੇਰੇ ਦੂਰਦਰਸ਼ੀ, ਵੱਧ ਉਦਾਰਵਾਦੀ ਤੇ ਵੱਧ ਤੋਂ ਵੱਧ ਆਨੰਦ ਪ੍ਰਾਪਤ ਕਰਦਾ ਹੈ। ਉਸ ਨੂੰ ਸੁੱਖ ਤੇ ਸਫਲਤਾ ਦੀ ਉਹ ਰਾਹ ਵਿਖਾਈ ਪੈਂਦੀ ਹੈ ਜਿਹੜੀ ਪਹਿਲਾਂ ਅੱਖਾਂ ਤੋਂ ਓਹਲੇ ਹੋ ਚੁੱਕੀ ਸੀ। ਲੋਭ ਤੇ ਲਾਲਚ ਵਾਲੇ ਵਿਚਾਰਾਂ ਦਾ ਤਿਆਗ ਕਰਨਾ ਚਾਹੀਦਾ ਹੈ। ਆਪ ਦੀ ਇੱਛਾ ਹੋਣੀ ਚਾਹੀਦੀ ਹੈ ਕਿ ਦੂਸਰਿਆਂ ਨੂੰ ਵੀ ਆਪ ਵਾਂਗ ਐਸ਼ ਕਰਨ ਦਾ ਮੌਕਾ ਪ੍ਰਾਪਤ ਹੋਵੇ। ਸਵਾਰਥ ਤੇ ਬੁਰੀ ਭਾਵਨਾ ਨੂੰ ਛੱਡ ਕੇ ਆਪ ਅਜਿਹੀ ਸੰਸਾਰਕ ਵਸਤੂਆਂ ਦਾ ਆਪਣਾ ਦਾਅਵਾ ਤੱਜ ਦਿਓ ਜਿਨ੍ਹਾਂ ਨੂੰ ਪ੍ਰਾਪਤ ਕਰਨ ਲਈ ਦੂਜੇ ਲੋਕ ਇੱਛੁਕ ਹੋਣ। ਜਦੋਂ ਆਪ ਦੇ ਮਨ ਦੀ ਅਜਿਹੀ ਸਥਿਤੀ ਹੋਏਗੀ ਤਾਂ ਆਪ ਨੂੰ ਉੱਤਮ ਸ਼ਾਂਤੀ ਪ੍ਰਾਪਤ ਹੋਏਗੀ, ਮਹਾਨ ਅਧਿਆਤਮਕ ਬਲ ਪ੍ਰਾਪਤ ਹੋਏਗਾ। ਇਹ ਸਭ ਕਰਮ ਆਤਮਾ ਦੇ ਵਿਕਾਰਾਂ ਦੇ ਤਿਆਗ ਦਾ ਸੱਚਾ ਮਾਰਗ ਹੈ। ਭੌਤਿਕ ਪ੍ਰਾਪਤੀਆਂ ਟਿਕਾਊ ਨਹੀਂ ਹੁੰਦੀਆਂ ਤੇ ਅਸੀਂ ਉਹਨਾਂ ਨੂੰ ਅਸਲ ਵਿੱਚ ਆਪਣੀਆਂ ਨਹੀਂ ਕਹਿ ਸਕਦੇ। ਉਹ ਤਾਂ ਬਹੁਤ ਥੋੜੇ ਸਮੇਂ ਲਈ ਸਾਡੇ ਕੋਲ ਆਉਂਦੀਆਂ ਹਨ, ਪਰ ਅਧਿਆਤਮਕ ਜਾਂ ਮਾਨਸਿਕ ਪ੍ਰਾਪਤੀਆਂ ਸਥਾਈ ਹੁੰਦੀਆਂ ਹਨ। ਅਜਿਹੀਆਂ ਪ੍ਰਾਪਤੀਆਂ ਸਦਾ ਸਾਡੇ ਪਾਸ ਰਹਿੰਦੀਆਂ ਹਨ। ਪਦਾਰਥਵਾਦ ਤੋਂ ਛੁਟਕਾਰਾ ਵੀ ਇੱਕ ਅਜਿਹੀ ਪ੍ਰਾਪਤੀ ਹੈ। ਜੀਵਨ 'ਚ ਜਿਸ ਵਸਤੂ ਨੂੰ ਅਸਲ ਰੂਪ 'ਚ ਪੇਸ਼ ਕਰਦੇ ਹਾਂ ਉਸ ਨੂੰ ਪਹਿਲਾਂ ਸੁਪਨੇ 'ਚ ਵੇਖਦੇ ਤੇ ਅਨੁਭਵ ਕਰਦੇ ਹਾਂ। ਇਹ ਕਾਰਜ ਕਲਪਨਾ ਨਾਲ ਹੁੰਦਾ ਹੈ। ਇੱਕ ਵੀ ਇੱਟ ਜਾਂ ਪੱਥਰ ਲਾਉਣ ਤੋਂ ਪਹਿਲਾਂ ਹੀ ਪੂਰੇ ਭਵਨ ਦੀ ਨਿਰਮਾਣ ਯੋਜਨਾ ਇੰਜੀਨੀਅਰ ਦੇ ਦਿਮਾਗ 'ਚ ਸਿਰਜੀ ਜਾਂਦੀ ਹੈ। ਇਸ ਪ੍ਰਕਾਰ ਅਸੀਂ ਆਪਣੀ ਹਰ ਰਚਨਾ ਨੂੰ ਪਹਿਲਾਂ ਆਪਣੀ ਕਲਪਨਾ ਨਾਲ ਜਨਮ ਦਿੰਦੇ ਹਾਂ ਤੇ ਫਿਰ ਸਾਕਾਰ ਕਰਦੇ ਹਾਂ। ਸਾਡੇ ਸੁਪਨੇ ਸਾਡੇ ਹਰ ਕੰਮ ਦੀ ਪੂਰਤੀ ਦੀ ਪ੍ਰੇਰਨਾ ਦਿੰਦੇ ਹਨ। ਉਤਸ਼ਾਹਪੂਰਨ ਯਤਨ ਸਫਲਤਾ ਪ੍ਰਦਾਨ ਕਰਦੇ ਹਨ। ਜਿਹੜੇ ਵਿਅਕਤੀ ਮਹਾਨ ਕੰਮ ਕਰ ਗਏ ਹਨ, ਇਹ ਉਹਨਾਂ ਦੀ ਦੂਰਦਰਸ਼ਤਾ ਦਾ ਪ੍ਰਮਾਣ ਹੈ। ਜਿਸ ਅਨੁਪਾਤ ਨਾਲ ਆਪ ਦੀ ਕਲਪਨਾ ਹੁੰਦੀ ਹੈ, ਠੀਕ ਉਸ ਅਨੁਪਾਤ ਵਿੱਚ ਆਪ ਸਫਲ ਵੀ ਹੋਵੋਗੇ। ਕਲਪਨਾ ਦੇ ਵਿਵਰਣ ਤੇ ਆਦਰਸ਼ਾਂ ਦੀ ਸਪਸ਼ਟਤਾ ਤੇ ਸੁਪਨਿਆਂ ਦਾ ਹਰ ਰੂਪ ਨਿਰਭਰ ਹੁੰਦਾ ਹੈ। ਸੁਪਨਿਆਂ ਦੀ ਪੂਰਤੀ ਲਈ ਸੱਚੀ ਲਗਨ ਦੀ ਲੋੜ ਹੈ। ਕਾਰਜ ਪੂਰਾ ਕਰਨ ਲਈ ਭਾਵ ਸੁਪਨੇ ਸਾਕਾਰ ਕਰਨ ਲਈ ਮਨੁੱਖ ਨੂੰ ਆਪਣੇ ਆਦਰਸ਼ਾਂ ਦਾ ਪਾਲਣ ਕਰਨਾ ਪੈਂਦਾ ਹੈ। ਆਦਰਸ਼ਾਂ ਦੇ ਸਥਿਰ ਹੋ ਕੇ ਫਲ ਪ੍ਰਾਪਤ ਹੁੰਦਾ ਹੈ। ਕਲਪਨਾ ਸ਼ਕਤੀ ਨਾਲ ਆਪ ਸਧਾਰਨ ਵਿਅਕਤੀ ਹੁੰਦੇ ਹੋਏ ਵੀ ਉੱਚਤਾ ਪ੍ਰਾਪਤ ਕਰ ਸਕਦੇ ਹੋ। ਆਪ ਅਣਸੁਖਾਵੇਂ ਮਾਹੌਲ ਨੂੰ ਆਪਣੇ ਸਹੀ ਢੰਗਾਂ ਨਾਲ ਢਾਲ ਸਕਦੇ ਹੋ ਤੇ ਸੁੱਖ ਤੁਹਾਡੇ ਨਾਲ। ਕਲਪਨਾ ਉਹ ਸ਼ਕਤੀ ਹੈ ਜਿਸ ਨਾਲ ਮਨੁੱਖ ਦੈਵੀ ਸ਼ਕਤੀ ਪ੍ਰਾਪਤ ਕਰ ਸਕਦਾ ਹੈ। ਆਪਣੀ ਸ਼ਕਤੀ ਨੂੰ ਇਸ ਪ੍ਰਕਾਰ ਸੁਦ੍ਰਿੜ ਬਣਾਓ ਕਿ ਆਪਣੇ ਆਤਮ ਵਿਸ਼ਵਾਸ ਦਾ ਪੂਰਨ ਵਿਕਾਸ ਹੋ ਜਾਏ ਤੇ ਆਪ ਦੀ ਆਤਮ ਨਿਰਭਰਤਾ ਦੇ ਗੁਣ ਨੂੰ ਕੋਈ ਨਸ਼ਟ ਨਹੀਂ ਕਰ ਸਕੇਗਾ। ਇੱਕੋ ਇੱਕ ਗੁਣ ਹੈ ਜਿਹੜਾ ਕਿ ਮਹਾਨ ਕਾਰਜ ਸਿੱਧ ਕਰਦਾ ਹੈ। ਜੇਕਰ ਅਜਿਹੇ ਗੁਣ ਲੋਪ ਹੋ ਜਾਣ ਤਾਂ ਸਾਰਾ ਢਾਂਚਾ ਟੁੱਟ ਜਾਂਦਾ ਹੈ। ਆਤਮ ਵਿਸ਼ਵਾਸ ਦਾ ਗੁਣ ਵੀਰਤਾ ਪ੍ਰਦਾਨ ਕਰਨ ਵਾਲਾ ਸਿੱਧ ਹੁੰਦਾ ਹੈ ਤੇ ਸਮੂਹ ਵੱਡੇ ਕਾਰਜਾਂ 'ਚ ਇਹਦਾ ਪ੍ਰਯੋਗ ਜ਼ਰੂਰੀ ਹੈ। ਆਤਮ ਵਿਸ਼ਵਾਸ ਵਾਲੀ ਸ਼ਕਤੀ ਨਾਲ ਛੋਟੇ ਵਿਅਕਤੀ ਵੀ ਮਹਾਨਤਾ ਪ੍ਰਾਪਤ ਕਰ ਲੈਂਦੇ ਹਨ ਕਿਉਂਕਿ ਉਹ ਡਰ, ਸੰਦੇਹ ਤੇ ਅਨਿਸ਼ਚਿਤਤਾ ਨੂੰ ਜੜੋਂ ਕੱਢ ਮਾਰਦੇ ਹਨ। ਡਰ ਜਿਹਾ ਦੋਸ਼ ਕਾਰਜ ਸਿੱਧੀ ਦੇ ਸੰਕਲਪ ਦਾ ਵੱਡਾ ਦੁਸ਼ਮਣ ਹੈ। ਮਨ ਜੇ ਡੋਲਦਾ ਹੈ ਤਾਂ ਹਰ ਕੰਮ ਵਿਗੜ ਸਕਦਾ ਹੈ। ਨਿਸ਼ਚਾ ਜ਼ਰੂਰੀ ਹੈ, ਨਹੀਂ ਤਾਂ ਕੰਮ ਦੀ ਪੂਰਤੀ 'ਚ ਸੰਦੇਹ ਉਪਜਦਾ ਹੈ। ਵਿਸ਼ਵਾਸ ਦੇ ਆਸਰੇ ਹਰ ਕੰਮ ਮੁਕੰਮਲ ਕੀਤਾ ਜਾ ਸਕਦਾ ਹੈ। ਸਿੱਖਿਆਵਾਨ ਲੋਕ ਵੀ ਸੰਸਕ੍ਰਿਤੀ ਦੀ ਵਿਸ਼ਾਲਤਾ ਦਾ ਦ੍ਰਿਸ਼ਟੀਕੋਣ ਉਹਨਾਂ ਨੂੰ ਅਜਿਹੀ ਸੌੜੀ ਸੋਚ ਵਾਲਾ ਬਣਾ ਦਿੰਦਾ ਹੈ ਕਿ ਉਹ ਆਪਣਾ ਵਿਸ਼ਵਾਸ ਵੀ ਗਵਾ ਲੈਂਦੇ ਹਨ। ਨਿਰੰਤਰ ਬੈਠੇ ਆਪਸੀ ਵਿਰੋਧੀ ਸਿਧਾਂਤਾਂ ਨੂੰ ਪਰਖਦੇ ਰਹਿੰਦੇ ਹਨ। ਇਸ ਕਾਰਨ ਉਹਨਾਂ ਦੀ ਨਿਰਣਾ ਸ਼ਕਤੀ ਬਿਲਕੁਲ ਕਮਜ਼ੋਰ ਹੋ ਜਾਂਦੀ ਹੈ ਤੇ ਉਹਨਾਂ ਦੀ ਇੱਛਾ ਪੂਰਤੀ ਦਾ ਰਾਹ ਰੁਕ ਜਾਂਦਾ ਹੈ। ਆਤਮ ਵਿਸ਼ਵਾਸ ਦੇ ਬਲ ਸਦਕਾ ਇੱਕ ਨਿਮਾਣਾ ਤੇ ਨਿਉਟਾ ਵਿਅਕਤੀ ਵੀ ਮੱਲਾ ਮਾਰ ਸਕਦਾ ਹੈ। ਜਿਹੜਾ ਮਨੁੱਖ ਸਿਰਜਣਾਤਮਕ ਗੁਣਾਂ ਨਾਲ ਭਰਪੂਰ ਤੇ ਚੰਗੇ ਚਰਿੱਤਰ ਵਾਲਾ ਹੁੰਦਾ ਹੈ, ਉਹ ਕਿਸੇ ਮਨੁੱਖ ਨੂੰ
ਉਹ ਹਰ ਮੁਸ਼ਕਿਲ ਕੰਮ ਵੀ ਸਫਲਤਾਪੂਰਵਕ ਪੂਰਾ ਕਰਨ ਦੇ ਯੋਗ ਹੋ ਜਾਂਦਾ ਹੈ। ਜਦੋਂ ਕਿਸੇ ਮਨੁੱਖ ਨੂੰ ਉੱਚਤਾ ਦੀ ਭਾਵਨਾ ਦਾ ਅਹਿਸਾਸ ਹੁੰਦਾ ਹੈ ਤਾਂ ਉਹ ਹਰ ਖੇਤਰ ਨੂੰ ਆਪਣੇ ਅਧਿਕਾਰ ਖੇਤਰ ਦਾ ਹਿੱਸਾ ਮੰਨਦਾ ਹੈ ਤੇ ਆਤਮ ਵਿਸ਼ਵਾਸ ਦੀ ਮੂਰਤ ਜਾਪਦਾ ਹੈ। ਉਹਦੇ ਆਤਮ ਵਿਸ਼ਵਾਸ ਸਦਕਾ ਹੋਰਨਾਂ ਦੇ ਮਨ ਦੀ ਸਥਿਤੀ ਦਾ ਜਾਇਜ਼ਾ ਲੈ ਕੇ ਉਹਨਾਂ ਦੇ ਮਨਾਂ 'ਚ ਪੈਦਾ ਹੋਣ ਵਾਲੇ ਸੰਦੇਹ ਨੂੰ ਦੂਰ ਕਰ ਸਕਦਾ ਹੈ। ਉਹਨਾਂ ਦੀ ਨਿਸ਼ਚਾਤਮਕ ਤੇ ਤੇਜਸਵੀ ਸ਼ਕਤੀ ਨੂੰ ਵੇਖ ਕੇ ਯਕੀਨ ਹੋ ਜਾਂਦਾ ਹੈ ਕਿ ਉਹਨਾਂ ਵਿੱਚ ਸਫਲਤਾ ਪ੍ਰਾਪਤ ਕਰਨ ਦੀ ਸ਼ਕਤੀ ਹੈ। ਲੋਕ ਉਸ ਵਿਅਕਤੀ ਦਾ ਵਿਸ਼ਵਾਸ ਕਰਦੇ ਹਨ ਜਿਸ ਦਾ ਕੋਈ ਉਦੇਸ਼ ਹੁੰਦਾ ਹੈ। ਅਜਿਹੇ ਵਿਅਕਤੀ ਹਰ ਥਾਂ ਪ੍ਰਸ਼ੰਸਾ ਦੇ ਪਾਤਰ ਹੁੰਦੇ ਹਨ। ਆਪ ਆਤਮ ਵਿਸ਼ਲੇਸ਼ਣ ਕਰਨ ਉਪਰੰਤ ਮਹਿਸੂਸ ਕਰੋਗੇ ਕਿ ਆਪ ਵਿੱਚ ਵੀ ਕੁਝ ਕਮੀਆਂ ਹਨ। ਜੇਕਰ ਇਹਨਾਂ ਖਾਮੀਆਂ ਨੂੰ ਦੂਰ ਨਹੀਂ ਕੀਤਾ ਜਾਂਦਾ ਤਾਂ ਆਪ ਵੀ ਪਛੜ ਸਕਦੇ ਹੋ। ਜੇਕਰ ਆਪ ਸਫਲ ਹੋਣ ਦੇ ਚਾਹਵਾਨ ਹੋ ਤਾਂ ਹੀਨ ਭਾਵਨਾ, ਹਾਰ ਵਾਲੀ ਬਿਰਤੀ, ਦਰਿਦਰਤਾ, ਸੁਸਤੀ ਨੂੰ ਦੂਰ ਕਰੋ। ਮਨ 'ਚ ਗਰੀਬੀ ਦੇ ਵਿਚਾਰ ਨੂੰ ਨਾ ਉਪਜਣ ਦਿੱਤਾ ਜਾਵੇ ਤੇ ਉਸ ਦੀ ਥਾਂ ਵਿਸ਼ਾਲ ਸੁਤੰਤਰ ਖੁਸ਼ੀ ਨੂੰ ਅਪਣਾਓ। ਸਫਲਤਾ ਅਕਸਰ ਮਾਨਸਿਕ ਕਿਰਿਆ ਦੀ ਉਪਜ ਹੁੰਦੀ ਹੈ। ਜਿਹੜਾ ਵਿਅਕਤੀ ਦ੍ਰਿੜ ਵਿਸ਼ਵਾਸ ਰੱਖਦਾ ਹੈ ਉਹ ਵਸ਼ ਸਫਲ ਹੁੰਦਾ ਹੈ। ਕੇਵਲ ਅਜਿਹਾ ਵਿਅਕਤੀ ਧਨ ਦੌਲਤ ਪ੍ਰਾਪਤ ਕਰਨ 'ਚ ਸਫਲ ਹੁੰਦਾ ਹੈ। ਪੂਰਨ ਵਿਸ਼ਵਾਸ ਸਭ ਪ੍ਰਕਾਰ ਦੀਆਂ ਪ੍ਰਾਪਤੀਆਂ ਲਈ ਪਹਿਲੀ ਸ਼ਰਤ ਹੈ। ਪੂਰਨ ਵਿਸ਼ਵਾਸ ਰੱਖਣ ਵਾਲਾ ਵਿਅਕਤੀ ਆਪਣੇ ਮਨ ਵਿੱਚ ਸੰਦੇਹ ਤੇ ਡਰ ਨੂੰ ਭੋਰਾ ਮਾਤਰ ਵੀ ਸਥਾਨ ਨਹੀਂ ਦਿੰਦਾ। ਸਾਨੂੰ ਇਸ ਪਾਸੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। ਸਾਡਾ ਪਹਿਲਾ ਕਦਮ ਕੀ ਹੋਏਗਾ? ਇਸ ਸੰਬੰਧ ਵਿੱਚ ਕਾਰਲਾਇਲ ਨੇ ਲਿਖਿਆ ਹੈ ਕਿ ਸਭ ਤੋਂ ਪਹਿਲਾਂ ਆਪਣੇ ਵਿਚਾਰਾਂ ਨੂੰ ਉੱਚਾ ਕਰੋ। ਆਸ਼ਾ ਤੇ ਇੱਛਾ ਨੂੰ ਮਹਾਨ ਬਣਾਇਆ ਜਾਵੇ। ਵੱਡਾ ਕੰਮ ਕਰਨ ਤੇ ਉੱਚਾ ਪਦ ਪ੍ਰਾਪਤ ਕਰਨ ਦੀ ਮਨੋਕਾਮਨਾ ਹੋਣੀ ਚਾਹੀਦੀ ਹੈ। ਸਾਨੂੰ ਆਪਣੀ ਅਲੌਕਿਕ ਸ਼ਕਤੀ 'ਚ ਅਟੁੱਟ ਵਿਸ਼ਵਾਸ ਹੋਣਾ ਚਾਹੀਦਾ ਹੈ। ਉੱਚੀ ਤੋਂ ਉੱਚੀ ਇੱਛਾ ਕਰੋ। ਆਪਣੇ ਖੇਤਰ 'ਚ ਸਭ ਤੋਂ ਵਧੀਆ ਬਣਨ ਦੀ ਇੱਛਾ ਕਰੋ। ਆਪਣਾ ਜੀਵਨ ਸਭ ਤੋਂ ਉੱਤਮ ਬਣਾਉਣ ਦਾ ਯਤਨ ਕੀਤਾ ਜਾਏ। ਆਪ ਰੱਬੀ ਸ਼ਕਤੀਆਂ ਦਾ ਭੰਡਾਰ ਹੋ ਤੇ ਵਿਸ਼ਵ ਦੇ ਸਭ ਤੋਂ ਚੰਗੇ ਪ੍ਰਾਣੀ ਹੋ। ਆਪ ਰੱਬ ਦੇ ਅੰਸ਼ ਹੋ। ਉਹ ਰੱਬ ਜਿਹੜਾ ਸਰਬ ਸ਼ਕਤੀਮਾਨ ਹੈ। ਫਿਰ ਆਪ ਲਈ ਉੱਚੇ ਤੋਂ ਉੱਚਾ ਪਦ ਪ੍ਰਾਪਤ ਕਰਨਾ ਕੋਈ ਮੁਸ਼ਕਲ ਕੰਮ ਨਹੀਂ ਜਾਪੇਗਾ। ਜੀਵਨ 'ਚ ਉੱਚ ਪ੍ਰਾਪਤੀ ਦਾ ਉਦੇਸ਼ ਹੋਣਾ ਚਾਹੀਦਾ ਹੈ। ਇਸ ਇੱਛਾ ਵਿੱਚ ਜਾਦੂ ਵਾਲੀ ਸ਼ਕਤੀ ਹੁੰਦੀ ਹੈ। ਇਸ 'ਚ ਰਚਨਾਤਮਕ ਸਮਰੱਥਾ ਹੈ। ਜੀਵਨ ਵਿੱਚ ਹਾਰ ਦਾ ਕੋਈ ਮਹੱਤਵ ਨਹੀਂ, ਸਗੋਂ ਮਾੜਾ ਉਦੇਸ਼ ਰੱਖਣਾ ਕਮਜ਼ੋਰੀ ਹੈ। ਛੋਟੀ ਇੱਛਾ ਨਾ ਰੱਖੋ, ਵੱਡੀ ਇੱਛਾ ਰੱਖੋ, ਮਹਾਨ ਇੱਛਾ। ਆਪ ਮਹਿਸੂਸ ਕਰੋਗੇ ਕਿ ਇਸ ਇੱਛਾ ਪੂਰਤੀ ਲਈ ਆਪ ਵਿੱਚ ਅਪਾਰ ਸ਼ਕਤੀ ਦਾ ਸੰਚਾਰ ਹੋ ਗਿਆ ਹੈ ਤੇ ਉੱਚ ਪਦਵੀ ਪ੍ਰਾਪਤ ਹੋਣ ਵਿੱਚ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਹੁੰਦੀ। ਜੇਕਰ ਆਪ ਸਵਸਥ ਜੀਵਨ ਜਿਉਣਾ ਚਾਹੁੰਦੇ ਹੋ ਤਾਂ ਰੋਗੀ ਜੀਵਨ ਦਾ ਵਿਚਾਰ ਨਾ ਕਰੋ। ਆਪਣੀ ਸੋਚ ਨੂੰ ਸਵਸਥ ਦਸ਼ਾ ਪ੍ਰਦਾਨ ਕਰੋ। ਮਨ ਨੂੰ ਸ਼ਾਂਤ ਰੱਖੋ ਤੇ ਬੇਚੈਨੀ ਨੂੰ ਦੂਰ ਭਜਾਓ। ਆਪਣੇ ਮਨ 'ਚ ਪੂਰਨ ਵਿਸ਼ਵਾਸ ਪੈਦਾ ਕਰੋ ਕਿ ਆਪ ਜੋ ਕੰਮ ਆਰੰਭੋਗੇ ਉਸ 'ਚ ਸਫਲਤਾ ਪ੍ਰਾਪਤ ਕਰਦੇ ਰਹੋਗੇ। ਮਨ ਦੇ ਸੰਕਲਪ ਨਾਲ ਸਭ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ। ਮਨੁੱਖ 'ਚ ਅਪਾਰ ਸ਼ਕਤੀ ਹੈ। ਕੇਵਲ ਆਪਣੇ ਆਪ ਨੂੰ ਪਛਾਣਨ ਦੀ ਲੋੜ ਹੈ। ਆਦਰਸ਼ ਭਾਵਨਾ ਜੀਵਨ ਨੂੰ ਸੁਖੀ ਬਣਾ ਦੇਵੇਗੀ। ਹਰ ਸਮੱਸਿਆ ਦੇ ਹੱਲ ਲਈ ਉਪਾਅ ਪ੍ਰਾਪਤ ਹੋਏਗਾ। ਹਰ ਵਿਵਾਦ ਦਾ ਹੱਲ ਹੋ ਜਾਂਦਾ ਹੈ ਕਿਉਂਕਿ ਸੱਚੀ ਕਲਪਨਾ ਸ਼ਕਤੀਸ਼ਾਲੀ ਹੈ। ਅਜਿਹੇ ਉਸਾਰੂ ਵਿਚਾਰ ਸਿਹਤ ਨੂੰ ਰਿਸ਼ਟ ਪੁਸ਼ਟ ਕਰਦੇ ਹਨ। ਇਸ ਨਾਲ ਆਪ ਦਾ ਵਿਅਕਤਿਤਵ ਤੇ ਵਿਅਕਤੀਗਤ ਸ਼ਕਤੀ ਦੇ ਨਿਰਮਾਣ 'ਚ ਸਹਾਇਤਾ ਮਿਲਦੀ ਹੈ। ਤੁਹਾਡਾ ਮਨ ਨਿਰਮਲ ਰਹੇਗਾ। ਵਿਚਾਰ ਮਹਾਨ ਤੇ ਸ਼ਕਤੀਸ਼ਾਲੀ ਬਣਨਗੇ। ਮਾਨਸਿਕ ਰੂਪੀ ਯੰਤਰ ਨੂੰ ਜੇਕਰ ਸ਼ੁੱਧ ਰੱਖਿਆ ਜਾਏ ਤਾਂ ਸ਼ਕਤੀਸ਼ਾਲੀ ਵਿਚਾਰ ਨਿਸ਼ਚਿਤ ਰੂਪ 'ਚ ਕਾਇਆ ਕਲਪ ਕਰ ਦੇਣਗੇ। ਆਪ ਵਿੱਚ ਜੇਕਰ ਕਿਸੇ ਗੁਣ ਦੀ ਘਾਟ ਹੈ ਤਾਂ ਇਸ ਪ੍ਰਕਾਰ ਦੀ ਮਨੋਬਿਰਤੀ ਨਾਲ ਆਪ ਦੇ ਸਰੀਰ 'ਚ ਨਵਾਂ ਖੂਨ ਪ੍ਰਵਾਹਿਤ ਹੋਏਗਾ। ਜੇ ਆਪ ਦੇ ਸੁਭਾਅ 'ਚ ਕਾਇਰਤਾ ਵਾਲਾ ਮਾਦਾ ਹੈ ਤਾਂ ਉਸਾਰੂ ਸੋਚ ਉਹਨੂੰ ਸ਼ਕਤੀਸ਼ਾਲੀ ਬਣਾ ਸਕਦੇ ਹੋ। ਬਾਰ-ਬਾਰ ਆਪਣੀ ਆਤਮਾ ਦਾ ਅਸਲੀ ਰੂਪ ਧਿਆਨ ਕਰਦੇ ਹੋ, ਜਿਹੜੀ ਪੂਰਨ ਰੂਪ 'ਚ ਨਿਡਰ ਹੈ। ਪਹਿਚਾਨ ਕਰਨ ਦੇ ਯੋਗ ਹੋ ਜਾਓਗੇ। ਜੇਕਰ ਵਿਚਾਰ ਕੀਤਾ ਜਾਏ ਤਾਂ ਮਾਰਨ ਦੇ ਭੈ ਨਾਲ ਮਰਨ ਦਾ ਭੈ ਪੈਦਾ ਹੁੰਦਾ ਹੈ। ਮਰਨ ਦਾ ਡਰ ਤਾਂ ਪੈਦਾ ਹੁੰਦਾ ਹੈ ਜਦੋਂ ਜਗ ਦੀ ਰਚਨਾ ਕਰਨ ਵਾਲੇ ਸਰਬ ਸ਼ਕਤੀਮਾਨ ਰੱਬ 'ਚ ਕੋਈ ਵਿਸ਼ਵਾਸ ਨਹੀਂ ਰਹਿ ਜਾਂਦਾ। ਉਸ ਮਹਾਨ ਸ਼ਕਤੀ ਤੇ ਵਿਸ਼ਵਾਸ ਰੱਖੋ ਜਿਹੜੀ ਇਸ ਵਿਸ਼ਾਲ ਤੇ ਅਸੀਮ ਸ੍ਰਿਸ਼ਟੀ ਨੂੰ ਸਾਂਭੀ ਬੈਠੀ ਹੈ। ਤਰਸਯੋਗ, ਆਤਮਘਾਤੀ ਤੇ ਝੂਠੇ ਗੁਮਾਨ ਤੇ ਅਭਿਮਾਨ ਜਿਹੀਆਂ ਨਾਪਾਕ ਭਾਵਨਾਵਾਂ ਨੂੰ ਮਨ 'ਚ ਪੈਦਾ ਨਾ ਹੋਣ ਦਿੱਤਾ ਜਾਏ। ਬੁੱਧੀ ਦੀ ਰਸ ਵਿਹੂਣੀ ਦਸ਼ਾ ਨੂੰ ਤਿਆਗ ਕਰਨਾ ਉਚਿਤ ਹੈ। ਜਿਹੜਾ ਵਿਅਕਤੀ ਇਹਨਾਂ ਔਗੁਣਾਂ ਤੇ ਕਾਬੂ ਪਾਉਣ 'ਚ ਸਫਲ ਹੁੰਦਾ ਹੈ ਉਹ ਮਨੁੱਖ ਆਪਣੇ ਦੋਸ਼ਾਂ, ਦੁੱਖਾਂ ਤੇ ਕਸ਼ਟਾਂ ਤੋਂ ਉੱਪਰ ਉੱਠ ਸਕਦਾ ਹੈ।
ਇਹਨਾਂ ਮਾਨਸਿਕ ਵਿਕਾਰਾਂ ਨੂੰ ਉਦਾਰ ਮਨ ਵਾਲਾ ਵਿਅਕਤੀ ਹੀ ਛੱਡ ਸਕਦਾ ਹੈ। ਇਸ ਲਈ ਉਦਾਰਵਾਦੀ ਬਣੋ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਪ੍ਰਗਤੀ ਸੰਭਵ ਨਹੀਂ। ਮਨੁੱਖ ਨੂੰ ਅੱਗੇ ਵਧਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ ਤਾਂ ਜੋ ਸਮੂਹ ਕਠਿਨਾਈਆਂ ਆਪਣੇ ਆਪ ਸੁਲਝਦੀਆਂ ਜਾਣ। ਵੱਧਦੇ ਰਹੋ, ਚਾਨਣ ਹੋ ਜਾਏਗਾ। ਆਪ ਦੇ ਮਾਰਗ 'ਚ ਨਿੱਤ ਨਵੇਂ ਸਾਫ਼ ਸੁਥਰੇ ਵਿਚਾਰ ਪੈਦਾ ਹੋਣਗੇ ਤੇ ਸਫਲਤਾ ਦੇ ਰਾਮਬਾਣ ਸਿੱਧ ਹੋਣਗੇ। ਅਲੈਂਬਰਟ ਨੇ ਰੱਦੀ ਦੇ ਕਾਗਜ਼ ਤੇ ਜੋ ਨਸੀਹਤ ਭਰਿਆ ਪੱਤਰ ਆਪਣੇ ਨੌਜਵਾਨ ਮਿੱਤਰ ਅਰੇਗੋ ਨੂੰ ਲਿਖਿਆ ਸੀ, ਅਰੇਗੋ ਨੇ ਉਹਨੂੰ ਆਪਣਾ ਮਾਰਗਦਰਸ਼ਕ ਬਣਾ ਲਿਆ, ਜਿਹੜਾ ਮੁੜ ਆਪਣੇ ਯੁੱਗ ਦਾ ਸਭ ਤੋਂ ਪ੍ਰਸਿੱਧ ਖਗੋਲ ਸ਼ਾਸਤਰੀ ਬਣ ਗਿਆ। ਮਾਰਗਦਰਸ਼ਨ ਕੀ ਸੀ? ਬੜਾ ਸਿੱਧਾ ਸਾਦਾ ਰਾਹ ਪ੍ਰਗਤੀ ਪ੍ਰਾਪਤੀ ਲਈ ਸੁੱਚੀ ਸੋਚ, ਜਿਹਨੂੰ ਅਰੇਗੋ ਨੇ ਗੁਰਮੰਤਰ ਸਮਝ ਕੰਮ ਕੀਤਾ ਤੇ ਸਫਲਤਾ ਪ੍ਰਾਪਤ ਕੀਤੀ। ਸੰਕਲਪ ਦੇ ਸਮੇਂ ਦੀ ਸਹੀ ਪਛਾਣ ਮਨੁੱਖ ਨੂੰ ਸਿਖਰਾਂ ਤੇ ਪਹੁੰਚਾ ਦਿੰਦੀ ਹੈ। ਸੰਸਾਰ ਦੇ ਬਹੁਤੇ ਮਹਾਂਪੁਰਖਾਂ ਦੀ ਸਫਲਤਾ ਦਾ ਰਾਜ ਇਹੋ ਹੈ। ਰੂਜ਼ਵੈਲਟ ਇੱਕ ਵਾਰ ਜੋ ਪ੍ਰਣ ਕਰ ਲੈਂਦਾ ਸੀ, ਉਹਨੂੰ ਪੂਰਾ ਕਰਕੇ ਸਾਹ ਲੈਂਦਾ ਸੀ। ਸੰਕਲਪ ਦੇ ਅਵਸਰ ਦੇ ਉਪਯੋਗ ਬਹੁਤ ਮਹੱਤਵ ਵਾਲੇ ਚਿੰਨ੍ਹ ਹੁੰਦੇ ਹਨ। ਝੂਠੀ ਸ਼ਾਨ ਦਾ ਛਲਾਵਾ ਬਹੁਤੀ ਦੇਰ ਨਹੀਂ ਚੱਲਦਾ। ਦੇਰ ਸਵੇਰ ਝੂਠ ਦਾ ਪਰਦਾਫਾਸ਼ ਹੁੰਦਾ ਹੀ ਹੈ। ਸਾਡੀ ਅਸਲੀਅਤ ਸਦਾ ਸਾਡੇ ਨਾਲ ਤੁਰਦੀ ਹੈ। ਜੇ ਕੋਈ ਯੁਵਕ ਆਪਣੇ ਵਿਦਿਆਰਥੀ ਜੀਵਨ ਨੂੰ ਸਦਾਚਾਰੀ ਢੰਗ ਨਾਲ ਬਤੀਤ ਕਰਦਾ ਹੈ ਤਾਂ ਸਮਝ ਲਓ ਕਿ ਉਹਨੇ ਜੀਵਨ ਦੀ ਖੱਟੀ ਖੱਟ ਲਈ। ਇਹ ਪ੍ਰਾਪਤੀ ਹੀ ਮਾਣ, ਮਿੱਤਰ ਤੇ ਹਰ ਪ੍ਰਕਾਰ ਦੀ ਖੁਸ਼ੀ ਪ੍ਰਾਪਤ ਕਰਨ ਬਰਾਬਰ ਹੁੰਦੀ। ਜੇਕਰ ਅਸੀਂ ਆਪਣੇ ਬਾਰੇ ਲੋਕਾਂ ਦੇ ਵਿਚਾਰਾਂ ਤੇ ਝਾਤ ਮਾਰੀਏ ਤਾਂ ਸਿਵਾਏ ਘਬਰਾਹਟ ਤੇ ਦੁੱਖ ਤੋਂ ਕੁਝ ਪ੍ਰਾਪਤ ਨਹੀਂ ਹੁੰਦਾ। ਭਗਵਾਨ ਰਾਮ ਨੇ ਧੋਬੀ ਦੇ ਕੌੜੇ ਬੋਲ ਸੁਣ ਕੇ ਆਪਣੀ ਪਤਨੀ ਸੀਤਾ ਨੂੰ ਬਨਵਾਸ ਦੇ ਦਿੱਤਾ ਸੀ। ਭਾਵ ਇਹ ਕਿ ਸਾਡਾ ਮੁੱਖ ਉਦੇਸ਼ ਹੋਣਾ ਚਾਹੀਦਾ ਹੈ ਕਿ ਜਿਸ ਵਿਅਕਤੀ ਨਾਲ ਸਾਡਾ ਵਾਹ ਪਿਆ ਹੈ ਉਹ ਸਾਨੂੰ ਕਿਸ ਅੱਖ ਨਾਲ ਪਰਖਦਾ ਹੈ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਮੁੱਕਦੀ ਗੱਲ ਇਹ ਹੈ ਕਿ ਜੀਵਨ ਦਾ ਰੁਖ ਉੱਨਤੀ ਵਾਲਾ ਹੋਵੇ। ਆਪ ਦੇ ਮਨ 'ਚ ਕਿਸੇ ਪ੍ਰਤੀ ਕੋਈ ਕਠੋਰਤਾ, ਕੋਈ ਵੈਰ ਭਾਵਨਾ ਦੀ ਪ੍ਰਵਿਰਤੀ ਨਾ ਹੋਵੇ। ਆਪਣੀਆਂ ਇਹਨਾਂ ਕਮੀਆਂ ਨੂੰ ਵਿਚਾਰੋਗੇ ਤਾਂ ਆਪ ਹੋਰਨਾਂ ਦੀ ਬੁਰਾਈ ਕਰਨੀ ਛੱਡ ਦਿਓਗੇ। ਇਹ ਇੱਕ ਸੱਚ ਹੈ ਕਿ ਮਨੁੱਖ ਦੀ ਸਥਿਤੀ ਨਾਲ ਹੀ ਉਹਦੇ ਪੂਰਨ ਇਤਿਹਾਸ ਦਾ ਗਿਆਨ ਹੋ ਜਾਂਦਾ ਹੈ। ਜਿਵੇਂ ਸੂਰਜ ਦੀਆਂ ਕਿਰਨਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਸੂਰਜ ਦੀ ਰਚਨਾ ਵਿੱਚ ਕੀ ਬਿਰਾਜਮਾਨ ਹੈ, ਇਸ ਪ੍ਰਕਾਰ ਮਨੁੱਖ ਦੇ ਇੱਕ ਹੀ ਸੱਚੇ ਵਿਚਾਰ ਨਾਲ ਜਾਂ ਆਪ ਮੁਹਾਂਦਰੇ ਪ੍ਰਗਟ ਹੋਣ ਵਾਲੇ ਕਰਮ ਨਾਲ ਉਹਨਾਂ ਦੀਆਂ ਵਿਸ਼ੇਸ਼ਤਾਵਾਂ ਦਾ ਗਿਆਨ ਹੋ ਜਾਂਦਾ ਹੈ। ਜਦੋਂ ਮਨੁੱਖ ਹੋਰਨਾਂ ਦੇ ਦੋਸ਼ਾਂ ਨੂੰ ਠੀਕ ਪ੍ਰਕਾਰ ਸਮਝਣ ਦੀ ਸਮਰੱਥਾ ਪੈਦਾ ਕਰ ਲੈਂਦਾ ਹੈ ਤਾਂ ਉਹ ਦੂਸਰਿਆਂ ਦੇ ਬਾਰੇ ਕੋਈ ਵੀ ਟਿੱਪਣੀ ਦੇਣ ਸਮੇਂ ਆਪਣੀਆਂ ਨਿੱਜੀ ਸੋਚਾਂ ਨੂੰ ਭਾਰੂ ਨਹੀਂ ਹੋਣ ਦਿੰਦਾ। ਦੂਸਰਿਆਂ ਦੀਆਂ ਕਿਰਿਆਵਾਂ ਨੂੰ ਆਪਣੀ ਕਸਵੱਟੀ ਤੇ ਨਹੀਂ ਪਰਖਦਾ, ਸਗੋਂ ਉਹਨਾਂ ਦੇ ਆਦੇਸ਼ ਅਨੁਸਾਰ ਪਰਖਦਾ ਹੈ। ਦੂਸਰਿਆਂ 'ਚ ਦੋਸ਼ ਇਸ ਲਈ ਵਿਖਾਈ ਦਿੰਦੇ ਹੈ ਕਿਉਂਕਿ ਉਹਦੀ ਪਰਖ ਅਸੀਂ ਆਪਣੇ ਢੰਗ ਨਾਲ ਕਰਦੇ ਹਾਂ ਤੇ ਅਸੀਂ ਆਪਣੀ ਵਿਚਾਰਧਾਰਾ ਨਾਲ ਉਹਦਾ ਟਕਰਾਅ ਕਰਦੇ ਹਾਂ। ਮਨੁੱਖ ਦੀ ਸਹੀ ਘੋਖ ਤਾਂ ਹੀ ਹੋ ਸਕਦੀ ਹੈ ਜੇਕਰ ਉਹ ਮੇਰੇ ਜਾਂ ਤੇਰੇ ਵਾਲੀ ਦ੍ਰਿਸ਼ਟੀ ਨਾਲ ਨਾ ਵਿਚਾਰੇ, ਸਗੋਂ ਜੋ ਸਹੀ ਸੱਚ ਹੈ ਉਸ ਅਨੁਸਾਰ ਕਾਰਵਾਈ ਕਰੇ। ਇਸ ਪ੍ਰਕਾਰ ਕੇਵਲ ਨਿਆਂ ਦੀ ਨਹੀਂ ਸਗੋਂ ਪ੍ਰੇਮ ਪਿਆਰ ਵਾਲੀ ਪਰਖ ਹੋ ਜਾਂਦੀ ਹੈ। ਜਦੋਂ ਅਸੀਂ ਕਿਸੇ ਨੂੰ ਵਿਤਕਰੇ ਦੀ ਥਾਂ ਪਿਆਰ ਭਰੀ ਅੱਖ ਨਾਲ ਵੇਖਦੇ ਹਾਂ, ਸਾਡਾ ਮਨ ਆਨੰਦਮਈ ਹੋ ਜਾਂਦਾ ਹੈ ਤੇ ਅਸੀਂ ਦੂਸਰਿਆਂ ਨੂੰ ਵੀ ਆਪਣੇ ਢਾਂਚੇ 'ਚ ਢਾਲ ਲੈਂਦੇ ਹਾਂ। ਮਨੁੱਖ ਪਿਆਰ ਵਾਲਾ ਕਦਮ ਪੁੱਟਣ ਵਿੱਚ ਤਾਂ ਹੀ ਸਫਲ ਹੁੰਦਾ ਹੈ ਜਦੋਂ ਆਪਣੇ ਮਨ 'ਚ ਧਾਰ ਲੈਂਦਾ ਹੈ ਕਿ ਮੇਰੀ ਤਾਂ ਔਕਾਤ ਹੈ ਕਿ ਮੈਂ ਹੋਰਨਾਂ ਦੀ ਪਰਖ ਕਰਾਂ, ਕਿ ਮੈਂ ਦੂਸਰਿਆਂ ਦੀ ਅਗਵਾਈ ਕਰਨ ਹਿੱਤ ਯੋਗ ਹਾਂ। ਪਹਿਲਾਂ ਮੈਂ ਆਪ ਹੀ ਆਪਣਾ ਆਪਾ ਮਾਰਾਂ ਤਾਂ ਹੀ ਮੈਂ ਦੂਸਰਿਆਂ ਦੇ ਵਿੱਚ ਦੋਸ਼ ਕੱਢਣ ਦੀ ਥਾਂ ਆਪਣੇ ਦੋਸ਼ਾਂ ਨੂੰ ਉਜਾਗਰ ਕਰਾਂ ਤਾਂ ਜੋ ਸਹੀ ਸੇਧ ਪ੍ਰਾਪਤ ਹੋ ਜਾਏ। ਕੀ ਅਸ਼ੋਕ ਮਹਾਨ ਦੀ ਉਦਾਹਰਨ ਇਸ ਪ੍ਰਸੰਗ 'ਚ ਸਹੀ ਨਹੀਂ? ਬੁੱਧ ਮਤ ਦਾ ਪ੍ਰਚਾਰ ਕਰਨ ਤੋਂ ਪਹਿਲਾਂ ਉਹ ਆਪ ਬੁੱਧੀ ਬਣਿਆ। ਹਿੰਸਾ ਦੀ ਸਿੱਖਿਆ ਦੇਣ ਤੋਂ ਪਹਿਲਾਂ ਉਹਨੇ ਹਿੰਸਾ ਦਾ ਤਿਆਗ ਆਪ ਕੀਤਾ। ਅਜਿਹੀ ਬਿਰਤੀ ਹੋਣੀ ਚਾਹੀਦੀ ਹੈ ਮਨੁੱਖ ਦੀ। ਦੋ ਚਿੱਤੀ ਤੇ ਡੋਲ ਜਾਣ ਵਾਲੀ ਬਿਰਤੀ ਸਦਾ ਸ਼ਾਨਦਾਰ ਵਿਚਾਰ ਉਕਤੀ ਨੂੰ ਸੁਆਹ ਕਰ ਦਿੰਦੀ ਹੈ। ਉਪਨਿਵੇਸ਼ ਕਾਲੇ ਯੁੱਗ 'ਚ ਜੇਕਰ ਅਮਰੀਕਾ ਦੀ ਅਜਿਹੀ ਦਸ਼ਾ ਹੁੰਦੀ ਤਾਂ ਅਮਰੀਕਾ ਸੁਤੰਤਰ ਦੇਸ਼ ਨਹੀਂ ਬਣ ਸਕਦਾ ਸੀ। ਇਤਿਹਾਸ 'ਚ ਅਜਿਹਾ ਸਾਹਸਪੂਰਨ ਤੇ ਮਹਾਨ ਨਿਰਣਾ ਕਦੇ ਹੋਂਦ ਵਿੱਚ ਨਾ ਆਉਂਦਾ ਜੇ ਵਿਧਾਨ ਨਿਰਮਾਤਾਵਾਂ ਤੇ ਆਜ਼ਾਦੀ ਅਧਿਨਿਯਮ ਤੇ ਹਸਤਾਖਰ ਕਰਨ ਵਾਲੇ ਨੇ ਹੌਸਲਾ ਉਜਾਗਰ ਕੀਤਾ ਤੇ ਇਸ ਪ੍ਰਕਾਰ ਅਮਰੀਕਾ ਦੀ ਸੁਤੰਤਰਤਾ ਦੀ ਨੀਂਹ ਰੱਖੀ ਗਈ। ਜੀਵਨ ਸਾਗਰ ਦੇ ਤੱਟਾਂ ਦੇ ਚਾਰੋਂ ਪਾਸੇ ਚੱਟਾਨਾਂ ਤੇ ਰੇਤਲੇ ਟਿੱਬਿਆਂ ਦੇ ਚੜੇ ਅਜਿਹੇ ਜਹਾਜ਼ ਵਿਖਾਈ ਦਿੰਦੇ ਹਨ ਜਿਹੜੇ ਵੇਖਣ 'ਚ ਉੱਤਮ ਕੋਟੀ ਦੇ ਤੇ ਮਜ਼ਬੂਤ ਸਮੱਗਰੀ ਨਾਲ ਬਣੇ ਹੋਏ ਜਾਪਦੇ ਹਨ, ਪਰ ਇਹ ਸੱਚ ਹੈ ਕਿ ਪਾਣੀ ਦੀ ਧਾਰਾ 'ਚ ਕੁਝ ਦੂਰ ਹੀ ਜਾਣ ਦੀ ਸਮਰੱਥਾ ਨਹੀਂ ਰੱਖਦੇ। ਕੋਈ ਵਿਚਾਰਾਂ ਦੇ ਭੰਵਰ 'ਚ ਫਸ ਜਾਂਦਾ ਹੈ ਤੇ ਕੋਈ ਰੁਕਾਵਟਾਂ ਦੀ ਉਲਝਣ ਵਿੱਚ ਉਲਝ ਜਾਂਦਾ ਹੈ।
ਅਮੋਸ ਸਾਰਿੰਸ ਨੇ ਲਿਖਿਆ ਹੈ, ਸਾਡੀ ਸਫਲਤਾ ਦਾ ਰਹੱਸ ਇਹ ਹੈ ਕਿ ਅਸਾਂ ਨੇ ਕੰਮ ਨੂੰ ਕੰਮ ਸਮਝ ਕੇ ਕਰਨਾ ਆਰੰਭ ਕਰ ਦਿੱਤਾ ਤੇ ਮੌਕੇ ਦਾ ਭਰਪੂਰ ਲਾਭ ਉਠਾਇਆ। ਜਿਹੜੇ ਪਿੱਛੇ ਰਹਿ ਜਾਂਦੇ ਹਨ ਉਹ ਆਪਣੀ ਨਕਾਰਾ ਸੋਚ ਕਾਰਨ ਪਛੜ ਜਾਂਦੇ ਹਨ। ਸਿਕੰਦਰ ਮਹਾਨ ਤੋਂ ਪੁੱਛੇ ਜਾਣ ਤੇ ਕਿ ਵਿਸ਼ਵ ਜੇਤੂ ਕਿਵੇਂ ਬਣਦਾ ਜਾ ਰਿਹਾ ਹੈ ਤਾਂ ਉਹਨੇ ਉੱਤਰ ਦਿੱਤਾ, ਦ੍ਰਿੜ ਨਿਸ਼ਚੇ ਨਾਲ। ਆਸ਼ੀਰਵਾਦ ਨੂੰ ਲਗਾਤਾਰ ਜਗਾਈ ਰੱਖਣ ਤੋਂ ਵਧੀਆ ਸਹਾਇਕ ਦੂਸਰਾ ਕੋਈ ਉਪਾਅ ਨਹੀਂ ਹੈ। ਮਨ 'ਚ ਆਸ਼ਾ ਤੇ ਨਿਰਾਸ਼ਾ ਇੱਕੋ ਸਮੇਂ ਹੀ ਸਾਹ ਲੈਂਦੀਆਂ ਹਨ, ਪਰ ਸਦਾ ਸਫਲ ਰਹਿਣ ਵਾਲੀ ਆਸ਼ਾ ਮਨੁੱਖ ਨੂੰ ਸੱਚਮੁੱਚ ਜੇਤੂ ਬਣਾ ਦਿੰਦੀ ਹੈ। ਆਸ਼ਾ ਵਾਲੀ ਬਿਰਤੀ ਮਨ ਨੂੰ ਸ਼ਕਤੀ ਦਿੰਦੀ ਹੈ। ਆਪਣੇ ਮਨ ਨੂੰ ਸਦਾ ਅਡੋਲ ਰੱਖੋ। ਮਨ 'ਚ ਅਵਿਸ਼ਵਾਸ ਵਾਲੀ ਸਥਿਤੀ ਨੂੰ ਪੈਦਾ ਨਾ ਹੋਣ ਦਿੱਤਾ ਜਾਏ। ਕੇਵਲ ਆਸ਼ਾ, ਉਮੰਗ, ਉਤਸ਼ਾਹ ਤੇ ਕਰਮਠਤਾ ਵਾਲੇ ਵਿਚਾਰਾਂ ਨੂੰ ਮਨ 'ਚ ਸਥਾਨ ਦਿੱਤਾ ਜਾਏ। ਆਪਣੇ ਮਨ 'ਚ ਸਦਾ ਗੁਣਾਂ ਵਾਲੇ ਵਿਚਾਰ ਰੱਖੋ ਤੇ ਉਹਨਾਂ ਆਦਰਸ਼ਾਂ ਨੂੰ ਜੀਵਨ 'ਚ ਅਪਣਾਇਆ ਜਾਏ ਜਿਨ੍ਹਾਂ ਨਾਲ ਸਮੂਹ ਮਾਨਵਤਾ ਨੂੰ ਸਫਲ ਕਰਨ ਦਾ ਉਪਾਅ ਕੀਤਾ ਜਾਏ। ਆਪਣੇ ਆਦਰਸ਼ ਅਨੁਸਾਰ ਹੀ ਕੰਮ ਕਰਨਾ ਸਹੀ ਮਿਹਨਤ ਕਹੀ ਜਾਂਦੀ ਹੈ। ਇਮਾਨਦਾਰੀ ਤੇ ਸ਼ੁੱਧ ਬੁੱਧੀ ਨਾਲ ਕੰਮ ਕੀਤਾ ਜਾਏ। ਜੀਵਨ ਸੰਘਰਸ਼ ਹੈ ਤੇ ਇਹਨੂੰ ਤੀਬਰ ਸ਼ਕਤੀ ਨਾਲ ਨਜਿੱਠਿਆ ਜਾਏ। ਲਾਰਡ ਮੌਂਟੇਨ ਦਾ ਕਥਨ ਹੈ ਕਿ ਮਨੁੱਖ ਕੁਝ ਨਹੀਂ ਜਦ ਤੱਕ ਉਹ ਜੋਸ਼ ਵਿੱਚ ਨਹੀਂ ਹੈ। ਸਮੂਹ ਵਸਤੂਆਂ ਨਾਲ ਭਰਪੂਰ ਉਤਸ਼ਾਹ, ਹਰ ਆਵਿਸ਼ਕਾਰ, ਹਰ ਉੱਤਮ ਚਿੱਤਰ ਤੇ ਬੁੱਤ, ਹਰ ਮਹਾਨ ਕਵਿਤਾ, ਹਰ ਨਿਬੰਧ ਜਾਂ ਉਪਨਿਆਸ ਵਿੱਚ ਸ਼ੁਭਾਇਮਾਨ ਹੋਣਾ ਚਾਹੀਦਾ ਹੈ। ਤਾਂ ਹੀ ਸਾਰਾ ਸੰਸਾਰ ਸਾਹ ਰੋਕ ਕੇ ਉਹਦੀ ਪ੍ਰਸ਼ੰਸਾ ਕਰਦਾ ਹੈ। ਜਵਾਨੀ ਦਾ ਰੋਕਿਆ ਜਾ ਸਕਣ ਵਾਲਾ ਜਾਦੂ ਕਿਹੜੇ ਤੱਤਵਾਂ ਦਾ ਬਣਿਆ ਹੋਇਆ ਹੈ? ਕੇਵਲ ਉਤੇਜਿਤ ਉਤਸ਼ਾਹ ਨਾਲ ਜਵਾਨੀ ਅੱਗੇ ਕਦੇ ਹਨੇਰਾ ਵਿਖਾਈ ਨਹੀਂ ਦਿੰਦਾ। ਜਵਾਨੀ 'ਚ ਬੰਦਾ ਭੁੱਲ ਜਾਂਦਾ ਹੈ ਸਫਲਤਾ ਨਾਂ ਦੀ ਕੋਈ ਵਸਤੂ ਹੁੰਦੀ ਹੈ। ਉਹਦਾ ਵਿਕਾਸ ਹੁੰਦਾ ਹੈ ਤੇ ਵਿਸ਼ਵਾਸ ਵੀ ਕਿ ਸਮੂਹ ਮਾਨਵਤਾ ਉਹਦੇ ਆਉਣ ਦੀ ਇੰਤਜ਼ਾਰ 'ਚ ਬੈਠੀ ਹੈ। ਸਾਰੇ ਉਸਦੀ ਅਗਵਾਈ ਦੀ ਪਾਲਣਾ ਕਰਦੇ ਹੈ। ਐਮਰਸਨ ਦਾ ਕਥਨ ਹੈ ਕਿ ਜਦੋਂ ਕੋਈ ਵੀ ਵਿਅਕਤੀ ਜੀ ਜਾਨ ਨਾਲ ਯਤਨ ਕਰਦਾ ਹੈ ਤਾਂ ਉਹਨੂੰ ਸ਼ਾਂਤੀ ਤੇ ਹੌਸਲੇ ਦਾ ਅਨੁਭਵ ਹੁੰਦਾ ਹੈ। ਆਪਣੇ ਮਨ 'ਚ ਸਦਾ ਉਸ ਕੰਮ ਦਾ ਸੰਕਲਪ ਰੱਖੋ ਜਿਹਦੀ ਪੂਰਤੀ ਤੁਸੀਂ ਚਾਹੁੰਦੇ ਹੋ। ਸਮੱਸਿਆ ਜਾਂ ਔਕੜ ਆਉਣ ਤੇ ਅਡੋਲ ਰਹੋ। ਪਰੇਸ਼ਾਨ ਹੋਣ ਦੀ ਲੋੜ ਨਹੀਂ, ਸਗੋਂ ਪੂਰੀ ਸ਼ਕਤੀ ਨਾਲ ਕੰਮ ਕਰੋ। ਮਨ ਦਾ ਉਤਸ਼ਾਹ ਬਣਾਈ ਰੱਖਣਾ ਚਾਹੀਦਾ ਹੈ। ਦੁੱਖ 'ਚ ਅਸਮਰਥ ਨਾ ਸਮਝੋ, ਕਿਉਂਕਿ ਅਮਰ ਆਨੰਦ ਘਰ ਦੇ ਬੂਹੇ ਦੇ ਤੇ ਆਪ ਦੇ ਸਵਾਗਤ ਲਈ ਖੜਾ ਹੈ। ਆਨੰਦ ਇੱਕ ਸੁੰਦਰ, ਕੋਮਲ ਤੇ ਪਵਿੱਤਰ ਦੂਤ ਹੈ ਜਿਹੜਾ ਸੱਚੇ ਵਿਅਕਤੀ ਦੇ ਮਨ 'ਚ ਹਾਜ਼ਰ ਰਹਿੰਦਾ ਹੈ। ਉਹ ਸਵਾਰਥੀ ਦਾ ਸਾਥ ਨਹੀਂ ਦਿੰਦਾ, ਉਹ ਤਾਂ ਕੇਵਲ ਪ੍ਰੇਮੀ ਦਾ ਸਾਥੀ ਹੈ। ਨਿਰਾਸ਼ਾ ਵਾਲੀ ਕਾਲ ਕੋਠੜੀ ਆਪ ਦਾ ਸਥਾਨ ਨਹੀਂ ਹੈ। ਆਪਦੀਆਂ ਅੱਖਾਂ 'ਚ ਦੀਆਂ ਪਲਕਾਂ ਉਹਦਾ ਆਨੰਦ ਮਾਣ ਰਹੀਆਂ ਹਨ। ਪਾਪ ਤੇ ਆਤਮਹੀਣਤਾ ਦੀ ਨੀਂਦ ਵਿੱਚ ਅਸੀਂ ਆਪਣਾ ਆਨੰਦ ਖੋ ਬੈਠਦੇ ਹਾਂ। ਜਦੋਂ ਮਨੋਬਿਰਤੀ ਤਿਆਗ ਦਿੱਤੀ ਜਾਂਦੀ ਹੈ ਤੇ ਸੁੱਖ ਪ੍ਰਾਪਤ ਹੁੰਦਾ ਹੈ ਤੇ ਵਸਤੂਆਂ ਦਾ ਲੋਭ ਘਟ ਜਾਂਦਾ ਹੈ। ਮਨ ਆਨੰਦ ਨਾਲ ਭਰ ਜਾਂਦਾ ਹੈ। ਜਿਨ੍ਹਾਂ ਦੇ ਮਨ ਸਵਾਰਥੀ ਹੁੰਦੇ ਹਨ, ਆਨੰਦ ਉਹਨਾਂ ਦੇ ਅੰਦਰ ਵੱਧਦਾ ਹੈ। ਸ਼ਾਂਤੀ ਤੇ ਜਿਨ੍ਹਾਂ ਦੇ ਮਨ ਸਵਾਰਥੀ ਨਹੀਂ ਹੁੰਦੇ, ਆਨੰਦ ਉਹਨਾਂ ਦੇ ਅੰਦਰ ਵੱਧਦਾ ਹੈ। ਸ਼ਾਂਤੀ ਤੇ ਪਵਿੱਤਰ ਜੀਵਨ ਜਿਉਂਦੇ ਹਨ ਆਦਿ ਉਹਨਾਂ ਦੀ ਸੰਪਤੀ ਹੈ। ਜਿਹੜਾ ਵਿਅਕਤੀ ਸਵਾਰਥੀ ਹੈ, ਦੁਰਾਚਾਰੀ ਹੈ, ਆਨੰਦ ਉਹਦੇ ਨੇੜੇ ਨਹੀਂ ਆਉਂਦਾ। ਲਾਲਸਾ ਜਿਵੇਂ ਕਿਵੇਂ ਘੱਟ ਹੋਏਗੀ, ਆਨੰਦ ਵੱਧ ਪ੍ਰਾਪਤ ਹੁੰਦਾ ਰਹੇਗਾ। ਸਧਾਰਨ ਵਿਅਕਤੀ ਲਾਲਚ ਨੂੰ ਤਿਆਗ ਕੇ ਆਨੰਦ ਪ੍ਰਾਪਤ ਕਰ ਸਕਦਾ ਹੈ। ਸੱਚ ਨੂੰ ਜਿਵੇਂ ਜਿਵੇਂ ਅਪਣਾਓਗੇ ਤੁਹਾਡੇ ਅੰਗ ਸੰਗ ਰਹੇਗਾ। ਦੂਸਰਿਆਂ ਦੇ ਦੁੱਖ ਲਈ ਜਿੰਨਾ ਆਪ ਆਪਣੇ ਮਨ ਨੂੰ ਮਾਰ ਕੰਮ ਕਰੋਗੇ, ਉਨਾ ਹੀ ਵੱਧ ਪ੍ਰੇਮ ਆਪ ਦੇ ਜੀਵਨ 'ਚ ਪ੍ਰਵਾਹਿਤ ਹੋਏਗਾ। ਜਦੋਂ ਤੱਕ ਜਨ ਹਿਤ ਸੇਵਾ ਦੇ ਭਾਵ ਮਨ 'ਚ ਨਹੀਂ ਅਪਣਾਏ ਜਾਂਦੇ, ਉਸ ਸਮੇਂ ਤੱਕ ਸਫਲਤਾ ਪ੍ਰਾਪਤ ਨਹੀਂ ਹੁੰਦੀ। ਮਨੁੱਖ ਨੂੰ ਉਹ ਚੰਗੇ ਕੰਮ ਕਰਨੇ ਚਾਹੀਦੇ ਹਨ ਜਿਨ੍ਹਾਂ ਦਾ ਸਦਕਾ ਸਫਲਤਾ ਪ੍ਰਾਪਤ ਹੋਵੇ। ਹਰ ਮਨੁੱਖ ਦੀ ਉੱਨਤੀ ਦਾ ਰਹੱਸ ਹੈ ਆਪਣੇ ਆਪ ਤੇ ਕਾਬੂ ਰੱਖਣਾ। ਆਪਣੇ ਤੇ ਨਿਯੰਤਰਣ ਰੱਖ ਕੇ ਮਨੁੱਖ ਹਰ ਔਕੜ ਦਾ ਸਾਹਮਣਾ ਕਰ ਸਕਦਾ ਹੈ, ਆਪਣਾ ਮਾਨਸਿਕ ਸੰਤੁਲਨ ਰੱਖ ਸਕਦਾ ਹੈ, ਆਪਣੀ ਜਿੱਤ ਪ੍ਰਾਪਤ ਕਰ ਸਕਦਾ ਹੈ। ਇਹ ਜੀਵਨ ਦਾ ਇੱਕ ਸੱਚ ਹੈ। ਆਪਣੇ ਤੇ ਕਾਬੂ ਰੱਖਣਾ ਭਾਵ ਮਨ ਜੀਤੇ ਜਗ ਜੀਤ। ਸਫਲਤਾ ਪ੍ਰਾਪਤੀ ਲਈ ਹਰ ਮਨੁੱਖ ਨੂੰ ਆਪਣੀ ਸੀਮਾ ਦੇ ਅੰਦਰ ਰਹਿ ਕੇ ਤੇ ਆਪਣੇ ਆਪ ਤੇ ਕਾਬੂ ਕਰਕੇ ਅਡੋਲ ਰਹਿ ਕੇ ਕੰਮ ਕਰਨਾ ਯੋਗ ਹੈ। ਸਭ ਤੋਂ ਪਹਿਲਾਂ ਆਪਣੇ ਮਨ ਤੇ ਕਾਬੂ ਜ਼ਰੂਰੀ ਹੈ। ਧੰਨਵਾਦ।